ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸकर। ਭਾਸकर ਸਾਹਿਬ जी आए। बहुत बहुत शुक्रिया रंधावा जी। ਭਾਸकर ਸਾਹਿਬ, ਸਿੱਧੂ ਔਰ ਸਰਕਾਰ ਦਾ ਰੇੜਕਾ ਮੁੱਕ ਚੁੱਕਿਆ, ਸਿਰਫ ਅਨਾਉਂਸਮੈਂਟ ਹੋਣੀ ਬਾਕੀ। ਇਹਦੇ ਤੇ ਵਿਸਥਾਰ ਨਾਲ ਗੱਲ ਕਰਾਂਗੇ। ਲੇਕਿਨ ਇੱਕ ਵਿਅਕਤੀ ਨੂੰ ਜੀਵਨਦਾਨ ਕਿਵੇਂ ਮਿਲਦਾ, ਸੰਜੀਵਨੀ ਕਿਵੇਂ ਉਹਦੇ ਸ਼ਰੀਕਾਂ ਵੱਲੋਂ ਹੀ ਮਿਲਦੀ ਹੈ, ਦਿਲਚਸਪ ਹੈ। ਨਵਜੋਤ ਸਿੰਘ ਸਿੱਧੂ ਨੂੰ ਬੈਠੇ ਬਿਠਾਇਆ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਤੋਂ ਵੱਧ ਜੀਵਨਦਾਨ ਦਿੰਦੇ ਆ। ਹਾਸ਼ੀਏ ਤੇ ਗਏ ਸਿੱਧੂ ਨੂੰ ਚੱਕ ਕੇ ਸੈਂਟਰ ਪਲੇਅਰ ਕਿਵੇਂ ਬਣਾਉਂਦੇ ਆ, ਦਿਲਚਸਪ ਹੈ। ਨਵਜੋਤ ਸਿੰਘ ਸਿੱਧੂ ਲਗਭਗ 2 ਸਾਲ ਕਾਂਗਰਸ ਤੋਂ ਬਾਹਰ ਰਹਿੰਦੇ ਆ। ਅਚਨਚੇਤ ਕੈਪਟਨ ਅਮਰਿੰਦਰ ਸਿੰਘ ਆਪਣੇ ਕੈਬਨਿਟ ਦੇ ਸਾਥੀਆਂ ਨਾਲ ਪੰਗੇਬਾਜ਼ੀ 'ਚ ਆ ਜਾਂਦੇ ਆ। ਸਿੱਧੂ ਲਾਈਮਲਾਈਟ 'ਚ ਆਉਂਦੇ ਆ, ਪ੍ਰਧਾਨ ਬਣ ਜਾਂਦੇ ਆ, ਲੇਕਿਨ ਪ੍ਰਧਾਨ ਬਣ ਕੇ ਫਿਰ ਉਹ ਹਾਸ਼ੀਏ ਤੇ ਚਲੇ ਜਾਂਦੇ ਆ ਜਦੋਂ ਸਿਰਫ ਜਿਹੜੀ ਕੁਰਬਾਨੀ ਹੈ, ਜਿਹੜੀ ਸ਼ਾਂਤੀ ਹੈ, ਉਹ ਸੁਨੀਲ ਜਾਖੜ ਦੀ ਹੁੰਦੀ ਆ। ਕੈਪਟਨ ਸਰਕਾਰ ਟਸ ਤੋਂ ਮਸ ਨਹੀਂ ਹੁੰਦੀ। ਲੇਕਿਨ ਕੈਪਟਨ ਸਰਕਾਰ ਆਪਣੇ ਭਾਰ ਨਾਲ, ਆਪਣੀਆਂ ਗਲਤੀਆਂ ਨਾਲ 18 ਨਿਕਾਤੀ ਪ੍ਰੋਗਰਾਮ ਤੇ ਕੰਮ ਹੀ ਨਹੀਂ ਕਰਦੀ ਔਰ ਖਾਸ ਤੌਰ ਤੇ ਆਪਣੀ ਹਾਈ ਕਮਾਂਡ ਨੂੰ ਲਗਾਤਾਰ ਦਰਕਨਾਰ ਕਰਦੀ ਹੈ। ਫਿਰ ਉਹ ਆਪਣੇ ਜਿਹੜੇ ਵਜ਼ੀਰ ਸੀ ਉਹਨਾਂ ਨਾਲ ਪੰਗੇ 'ਚ ਲਗਾਤਾਰ ਆਉਂਦੇ ਆ ਤੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰੀ ਫਿਰ ਮੌਕਾ ਮਿਲਦਾ, ਕੈਪਟਨ ਅਮਰਿੰਦਰ ਸਿੰਘ ਚੱਕ ਕੇ ਬਾਹਰ ਸੁੱਟਦੇ ਜਾਂਦੇ ਆ। ਹੁਣ ਜਦੋਂ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਨਵੀਂ ਸਰਕਾਰ ਨਾਲ ਪੰਗੇ 'ਚ ਆਉਂਦੇ ਆ ਤਾਂ ਉਸ ਮੌਕੇ ਤੇ ਜਦੋਂ ਹਾਈ ਕਮਾਂਡ ਉਹਨਾਂ ਵੱਲੋਂ ਥੋੜੀ ਪਿੱਠ ਕਰਕੇ ਖੜੀ ਸੀ, ਜਿਹੜੀ ਬੇਮੁਖਤਾ ਹੁੰਦੀ ਨਜ਼ਰ ਆ ਰਹੀ ਸੀ, ਉਦੋਂ ਹੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਨੂੰ ਚਾਲੇ ਪਾਉਂਦੇ ਆ। ਦਿੱਲੀ ਦੇ ਵਿੱਚ ਬੀਜੇਪੀ ਆਗੂਆਂ ਨੂੰ ਮਿਲਦੇ ਆ, ਕਾਂਗਰਸ ਛੱਡਣ ਦਾ ਐਲਾਨ ਕਰਦੇ ਆ ਤੇ ਕਾਂਗਰਸ ਪਾਰਟੀ ਲਈ ਇੱਕ ਵਾਰੀ ਫਿਰ ਨਵਜੋਤ ਸਿੰਘ ਸਿੱਧੂ ਅਣਸਰ ਦੀ ਲੋੜ ਬਣ ਜਾਂਦੇ ਆ। ਤੇ ਹੁਣ ਜਿਹੜੀ ਮੀਟਿੰਗ ਚੱਲੀ ਹੈ, ਜਿਹਦੇ ਵਿੱਚ ਇੱਕ ਕੇਂਦਰੀ ਤਰਜਮਾਨ ਸੀਗੇ ਹਰੀਸ਼ ਚੌਧਰੀ, ਨਾਲ ਚੰਨੀ ਸੀਗੇ, ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਸਾਰੇ ਸਾਥੀ ਸੀਗੇ। ਉਹ ਮੀਟਿੰਗ ਦੇ ਵਿੱਚ ਕੁਝ ਫਰੂਟਫੁਲ ਨਿਕਲ ਕੇ ਆ ਰਿਹਾ। ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਅਨਾਉਂਸਮੈਂਟ ਕਿਸੇ ਵੀ ਧਿਰ ਨੇ ਨਹੀਂ ਕੀਤੀ, ਲੇਕਿਨ ਆਮ ਸਹਿਮਤੀ ਬਣ ਗਈ ਆ। ਆਮ ਸਹਿਮਤੀ ਬਾਰੇ ਇਹ ਖਬਰਾਂ ਛਣ ਕੇ ਆ ਰਹੀਆਂ ਨੇ ਕਿ ਹੁਣ ਲਗਾਤਾਰ ਇੱਕ ਕਮੇਟੀ ਮਿਲਿਆ ਕਰੂਗੀ, ਜਿਹਦੇ ਵਿੱਚ ਪ੍ਰਧਾਨ ਔਰ ਪਾਰਟੀ ਦੇ ਤਰਜਮਾਨ, ਖਾਸ ਤੌਰ ਤੇ ਮੁੱਖ ਮੰਤਰੀ, ਪਾਰਟੀ ਪ੍ਰਧਾਨ ਜਾਂ ਕੋਈ ਕੇਂਦਰੀ ਨੁਮਾਇੰਦਾ, ਇਹ ਮਿਲਿਆ ਕਰਨਗੇ ਹਫ਼ਤੇ 'ਚ ਇੱਕ ਤੋਂ ਵੱਧ ਵਾਰੀ। ਔਰ ਜਿੰਨੇ ਵੀ ਮਸਲੇ ਹੋਣਗੇ ਉਹਨਾਂ ਤੇ ਆਮ ਸਹਿਮਤੀ ਬਣਾ ਕੇ ਅੱਗੇ ਵਧਿਆ ਜਾਊਗਾ, ਕਿਉਂਕਿ ਸਮਾਂ ਬੜਾ ਥੋੜਾ ਹੈ। ਇਹਦੇ ਵਿੱਚ ਪੰਜਾਬ ਦੇ ਪੁਲਿਸ ਪ੍ਰਮੁੱਖ ਔਰ ਐਡਵੋਕੇਟ ਜਨਰਲ ਨੂੰ ਚੱਲਦਾ ਕੀਤਾ ਜਾ ਸਕਦਾ, ਉਹਨਾਂ ਨੂੰ ਬਦਲਿਆ ਜਾ ਸਕਦਾ ਹੈ। ਇਹ ਸਾਰੀਆਂ ਖਬਰਾਂ ਅਸੀਂ ਭਾਸकर ਸਾਹਿਬ ਤੋਂ ਜਾਣਨ ਦਾ ਯਤਨ ਕਰਦੇ ਹਾਂ। ਮੀਡੀਆ ਕਈ ਤਰ੍ਹਾਂ ਦੀਆਂ ਖਬਰਾਂ ਦੇ ਰਿਹਾ, ਲੇਕਿਨ ਜਿਹੜੀ ਪੁਸ਼ਟੀ ਹੋ ਰਹੀ ਹੈ ਉਹਦੇ ਵਿੱਚ ਅਮੂਮਨ ਇਸ ਗੱਲ ਦੇ ਉੱਤੇ ਸਹਿਮਤੀ ਬਣ ਰਹੀ ਹੈ ਕਿ ਇਹਨਾਂ 'ਚ ਗੱਲਬਾਤ ਲੰਬੇ ਗੇੜ ਤੱਕ ਚੱਲੀ, ਸਾਰੇ ਤਰ੍ਹਾਂ ਦੇ ਮੁੱਦੇ ਵਿਚਾਰੇ ਗਏ ਔਰ ਇੱਕ ਸਹਿਮਤੀ ਬਣੀ ਕਿ ਅੱਗੇ ਇਕੱਠੇ ਚੱਲਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ। ਮੈਨੂੰ ਭਾਸकर ਸਾਹਿਬ ਦੱਸਿਓ ਕਿ ਅੰਦਰ ਕੀ ਵਾਪਰਦਾ ਰਿਹਾ ਔਰ ਅੰਤਮ ਸਿੱਟੇ ਤੇ ਕਿਵੇਂ ਪਹੁੰਚੇ। ਸੁਣਿਆ ਹਰੀਸ਼ ਰਾਵਤ ਵੀ ਖਤਰੇ 'ਚ ਨੇ ਬਤੌਰ ਇੰਚਾਰਜ। ਹਰੀਸ਼ ਸ਼ਬਦ ਰੋਹੀ ਰਹੂਗਾ, ਸ਼ਾਇਦ ਚੌਧਰੀ ਸਾਹਿਬ ਦਾ ਦਾ ਲੱਗਣ ਦੀ ਸੰਭਾਵਨਾ, ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਜਿਸ ਤਰੀਕੇ ਨਾਲ ਪਰਸੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪੀਪੀਸੀਸੀ ਪ੍ਰਧਾਨ ਤੋਂ ਅਸਤੀਫਾ ਦਿੱਤਾ ਸੀਗਾ, ਔਰ ਅਸਤੀਫੇ ਦੇਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਇੱਕ ਗੱਲ ਚੱਲ ਪਈ ਸੀ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ, ਇਹ ਵਿਅਕਤੀ ਅਸਥਿਰ ਹੈ, ਯਾਨੀ ਅਨਸਟੇਬਲ ਹੈਗਾ। ਉਹ ਗੱਲਾਂ ਦੀ ਪ੍ਰੋੜਤਾ ਹੋਣ ਲੱਗੀ ਸੀ ਔਰ ਪੋਲੀਟੀਸ਼ੀਅਨਸ, ਅਫਸਰ ਔਰ ਕਈ ਲੋਕੀ ਇਹ ਗੱਲ ਕਹਿਣ ਲੱਗੇ ਸੀਗੇ ਕਿ ਵੀ ਸਿੱਧੂ ਹੋਣਾ ਮੁੱਖ ਮੰਤਰੀ ਦੇ ਅਧਿਕਾਰਾਂ ਦੇ ਵਿੱਚ ਇੰਟਰਵੈਂਸ਼ਨ ਕਰ ਰਹੇ ਨੇ। ਪਰ ਗੱਲ ਕੁਝ ਹੋਰ ਸੀਗੀ। ਜਿਸ ਤਰੀਕੇ ਨਾਲ ਡੀਜੀਪੀ ਉਹਨਾਂ ਨੂੰ ਲਾਇਆ ਗਿਆ ਸੀਗਾ, ਇਹ ਨਹੀਂ ਕਿ ਡੀਜੀਪੀ ਮੁੱਖ ਮੰਤਰੀ ਨੇ ਆਪਣੀ ਮਨਪਸੰਦ ਦਾ ਲਾਇਆ ਤੇ ਇਸ ਕਰਕੇ ਸਿੱਧੂ ਉਹਨਾਂ ਨੂੰ ਨਾਰਾਜ਼ਗੀ ਸੀਗੀ, ਜਾਂ ਫਿਰ ਐਡਵੋਕੇਟ ਜਨਰਲ ਆਪਣੀ ਮਰਜ਼ੀ ਦਾ ਲਾਇਆ ਇਸ ਕਰਕੇ ਸਿੱਧੂ ਉਹਨਾਂ ਨਾਰਾਜ਼ ਸੀਗੇ। ਗੱਲ ਤੇ ਇਹ ਸੀਗੀ ਕਿ ਜਿਹੜੇ 18 ਨੁਕਾਤੀ ਜਾਂ 5 ਨੁਕਾਤੀ ਪ੍ਰੋਗਰਾਮ ਦੇ ਉੱਤੇ ਸਿੱਧੂ ਸਰਕਾਰ ਦੇ ਨਾਲ ਅੱਗੇ ਵਧਣਾ ਚਾਹੁੰਦੇ ਸੀਗੇ, ਉਹਨਾਂ ਅਫਸਰਾਂ ਦੇ ਐਲਾਨ ਤੋਂ ਬਾਅਦ ਲੱਗਿਆ ਕਿ ਖਾਸ ਕਰਕੇ ਪੁਲਿਸ ਦਾ ਔਰ ਪੋਲੀਟੀਸ਼ੀਅਨਸ ਦਾ ਔਰ ਨੈਕਸਸ ਜਿਹੜਾ ਸੀਗਾ ਉਹਨੂੰ ਤੋੜਨਾ ਔਖਾ ਹੁੰਦਾ ਹੈ। ਹੁਣ ਡੀਜੀਪੀ ਜਿਨ੍ਹਾਂ ਨੂੰ ਲਾਇਆ ਗਿਆ, ਉਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਹੀ ਵੈਬਲ ਕਲਾਂ ਮਾਮਲੇ ਦੇ ਬੇਅਦਬੀ ਦੇ ਮੁੱਦੇ ਦੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀਗੀ ਔਰ 2 ਨਿਰਦੋਸ਼ ਸਿੱਖ ਯੁਵਕਾਂ ਨੂੰ ਫੜ ਕੇ ਉਹਨਾਂ ਨੂੰ ਟੌਰਚਰ ਵੀ ਕਰਾਇਆ ਸੀ। ਔਰ ਐਸਾ ਮਤਲਬ ਸਿੱਧੂ ਮੀਟਿੰਗ ਜਾਣ ਤੋਂ ਪਹਿਲਾਂ ਇਹ ਸਾਰਾ ਕੁਝ ਇੱਕ ਵਾਰੀ ਫਿਰ ਚੇਤੇ ਕਰਾ ਕੇ ਲੋਕਾਂ ਨੂੰ ਜਾਂਦੇ ਆ। ਬਿਲਕੁਲ। ਔਰ ਜਦ ਅੱਜ ਵੀ ਮੀਟਿੰਗ ਵਿੱਚ ਜਾਂਦੇ ਨੇ, ਉਸ ਤੋਂ ਪਹਿਲੇ ਉਹ ਟਵੀਟ ਕਰਦੇ ਨੇ। ਫਿਰ ਦੂਜੇ ਜਿਹੜੇ ਐਡਵੋਕੇਟ ਹੈਗੇ ਨੇ, APS ਦਿਓਲ, ਬੜੇ ਕਾਬਿਲ ਵਕੀਲ ਹੈਗੇ ਨੇ, ਉਹਨਾਂ ਦੀ ਕਾਬਲੀਅਤ ਇਸ ਗੱਲ ਤੋਂ ਹੀ ਜ਼ਾਹਿਰ ਹੁੰਦੀ ਹੈ ਕਿ ਸੁਮੇਧ ਸਿੰਘ ਸੈਣੀ, ਜਿਨ੍ਹਾਂ ਨੂੰ ਪੂਰਾ ਵਿਜੀਲੈਂਸ ਡਿਪਾਰਟਮੈਂਟ ਅੰਦਰ ਕਰਨ ਦੇ ਵਿੱਚ ਪੂਰਾ ਜ਼ੋਰ ਲਾ ਦਿੰਦਾ ਹੈ, ਉਹਨਾਂ ਨੂੰ ਇੱਕ ਝਟਕੇ ਦੇ ਵਿੱਚ ਹਾਈ ਕੋਰਟ ਦੇ ਆਰਡਰਾਂ ਰਾਹੀਂ ਉਹ ਉਹਨਾਂ ਨੂੰ ਬਲੈਂਕਟ ਬੇਲ ਦਿਲਵਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ। ਔਰ ਸਰਕਾਰ ਦੇ ਉੱਤੇ ਇੱਕ ਕੁਐਸਚਨ ਮਾਰਕ ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਠੀਕ ਨਹੀਂ ਸੀ। ਰਾਜਨੀਤਿਕ ਮਨਸ਼ਾ ਦੇ ਰਾਹੀਂ ਉਹ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਫੜਨਾ ਚਾਹੁੰਦੇ ਸੀਗੇ। ਇਸ ਕਰਕੇ 2022 ਦੀ ਇਲੈਕਸ਼ਨ ਤੱਕ ਦੀ ਉਹਨਾਂ ਨੂੰ
ਬਲੈਂਕਟ ਬੇਲ ਮਿਲ ਜਾਂਦੀ ਹੈ। ਉਹਨਾਂ ਨੂੰ ਹੀ ਹੁਣ ਆਪਾਂ ਐਡਵੋਕੇਟ ਜਨਰਲ ਲਾ ਰਹੇ ਹਾਂ, ਜਿਨ੍ਹਾਂ ਨੇ ਸਰਕਾਰ ਦੇ ਪੁਰਾਣੇ ਐਡਵੋਕੇਟ ਜਨਰਲ ਨੂੰ ਹਰਾਇਆ ਸੀਗਾ। ਔਰ ਆਪਣੀ ਸਟੇਟਮੈਂਟ ਦੇ ਵਿੱਚ ਉਹ ਆਪ ਕਹਿੰਦੇ ਨੇ ਕਿ ਉਹ ਤੇ ਕਦੀ ਪੇਸ਼ ਹੀ ਨਹੀਂ ਹੁੰਦੇ ਸੀਗੇ, ਮੈਂ ਹੁਣ ਪੇਸ਼ ਹੋਇਆ ਕਰਾਂਗਾ। ਹੁਣ ਜੋ ਅਦਾਲਤ ਦਾ, ਕੋਰਟ ਦਾ, ਤੁਸੀਂ ਕਈ ਵਾਰ ਦੇਖਿਆ ਹੋਵੇਗਾ, ਕੋਰਟ ਦੇ ਵਿੱਚ ਕਿਸੇ ਵੀ ਜੱਜ ਦਾ ਕਿਸੇ ਕੇਸ ਤੋਂ ਸੁਣਨ ਤੋਂ ਇਨਕਾਰ ਕੀਤਾ ਜਾਂਦਾ ਹੈ। ਔਰ ਵਜ੍ਹਾ ਕਈ ਵਾਰ ਇਹ ਹੁੰਦੀ ਹੈ ਕਿ ਵੀ ਮੈਂ ਇੱਕ ਪੱਖ ਦਾ ਵਕੀਲ ਰਹਿ ਚੁੱਕਿਆ, ਜਾਂ ਇੱਕ ਪੱਖ ਦੇ ਨਾਲ ਮੇਰੀ ਕੋਈ ਰਿਸ਼ਤੇਦਾਰੀ ਹੈ, ਇਸ ਕਰਕੇ ਮੈਂ ਇਸ ਕੇਸ ਨੂੰ ਨਹੀਂ ਸੁਣਨਾ ਚਾਹੁੰਦਾ। ਉਹੀ ਕਿਸੇ ਵਕੀਲ ਦੇ ਉੱਤੇ ਵੀ ਇਹ ਗੱਲ ਐਥਿਕਸ ਦੇ ਅੰਡਰ ਆਉਂਦੀ ਹੈ ਕਿ ਅਗਰ ਉਹ ਕਿਸੇ ਪੱਖ ਦਾ ਵਕੀਲ ਪਹਿਲੇ ਰਹਿ ਚੁੱਕਿਆ ਹੋਏ, ਉਸ ਪੱਖ ਦੇ ਖਿਲਾਫ ਉਹ ਨਹੀਂ ਜਾ ਸਕਦਾ। ਜੇ ਹੁਣ ਸੁਮੇਧ ਸੈਣੀ ਉਹਨਾਂ ਦੇ ਖਿਲਾਫ ਅਗਰ ਦਿਓਲ ਸਾਹਿਬ ਨੂੰ ਐਜ਼ ਐਡਵੋਕੇਟ ਜਨਰਲ ਖੜਾ ਹੋਣਾ ਪੈਂਦਾ ਤੇ ਉਹ ਕਿੱਦਾਂ ਖੜੇ ਹੁੰਦੇ? ਮੈਂ ਫਿਰ ਦੁਬਾਰਾ ਕਹਿ ਰਿਹਾ, ਦਿਓਲ ਸਾਹਿਬ ਬੜੇ ਕਾਬਿਲ ਵਕੀਲ ਹੈਗੇ ਨੇ, ਉਹਨਾਂ ਦੀ ਕਾਬਲੀਅਤ ਦੇ ਉੱਤੇ ਕੋਈ ਸ਼ੱਕ ਨਹੀਂ। ਪਰ ਜਿਹੜਾ ਪੰਜਲੁਕਾਤੀ ਪ੍ਰੋਗਰਾਮ, ਔਰ ਖਾਸ ਕਰਕੇ ਉਹ ਜਿਹਦੇ ਵਿੱਚ ਬਾਦਲਾਂ ਨੂੰ ਹੈਡ ਔਨ ਲੈਣ ਦੀ ਗੱਲ ਜਿਹੜੇ ਨਵਜੋਤ ਸਿੰਘ ਸਿੱਧੂ ਉਹਨਾਂ ਕਰਦੇ ਨੇ, ਉਹਨਾਂ ਮੁੱਦਿਆਂ ਦੇ ਉੱਤੇ ਕੀ ਦਿਓਲ ਸਾਹਿਬ ਜਸਟਿਸ ਕਰ ਪਾਣਗੇ? ਇੱਕ ਬੜਾ ਭਾਸਕਰ ਸਾਹਿਬ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੇਕਿਨ ਨਵਜੋਤ ਸਿੰਘ ਸਿੱਧੂ ਜੀਵਨ ਮਰਨ ਦਾ ਸਵਾਲ ਸੀ। ਉਹਨਾਂ ਦੀ ਸਿਆਸੀ ਮੌਤ ਨਿਸ਼ਚਿਤ ਸੀਗੀ ਜੇ ਉਹ ਲੀਕ ਨਾ ਖਿੱਚਦੇ, ਜੇ ਉਹ ਸਟੈਂਡ ਨਹੀਂ ਸੀ ਲੈਂਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਹੀ ਇਹਨਾਂ ਮੁੱਦਿਆਂ ਤੇ ਗਿਆ। 3 ਹੀ ਮੁੱਦੇ ਮੇਨ ਸੀਗੇ, ਜਿਨ੍ਹਾਂ ਦੇ ਵਿੱਚੋਂ ਬੇਅਦਬੀ ਮਾਮਲੇ, ਨਸ਼ੇ ਔਰ ਮਾਈਨਿੰਗ ਸਮੇਤ ਹਰ ਤਰ੍ਹਾਂ ਦਾ ਮਾਫੀਆ ਨਵਜੋਤ ਸਿੰਘ ਸਿੱਧੂ ਆਪਣੀ ਟਿਪਸ ਤੇ ਲੈ ਕੇ ਚੱਲਦੇ ਰਹੇ ਔਰ ਸਦਾ ਹਮਲਾਵਰ ਰਹੇ। ਜੇ ਅੱਜ ਦੇ ਦਿਨ ਦੇ ਵਿੱਚ ਉਹ ਇਹ ਸਟੈਂਡ ਨਹੀਂ ਸੀ ਲੈਂਦੇ ਤਾਂ ਉਹਨਾਂ ਨੂੰ ਇਹ ਕੁਦਰਤੀ ਤੌਰ ਤੇ ਆਪਣੇ ਸਿਆਸੀ ਜੀਵਨ 'ਚ ਇਸ ਤੋਂ ਵੱਡੀ ਸ਼ਿਕਸਤ ਦਾ ਸਾਹਮਣਾ ਨਹੀਂ ਸੀ ਹੋਣਾ। ਆਉਂਦੇ ਦਿਨ ਹੀ ਸਿੱਧੂ ਲੋਕਾਂ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿੰਦੇ, ਲੇਕਿਨ ਇਸ ਮੌਕੇ ਤੇ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਲਈ ਸੰਜੀਵਨੀ ਬਣਦੇ ਆ। ਇਹ ਬੜਾ ਦਿਲਚਸਪ ਹੈ। ਅੱਜ ਦੋ ਪਹਿਲੂ ਜਿਹੜੇ ਤੁਸੀਂ ਅੱਗੇ ਜਾ ਕੇ ਚਰਚਾ 'ਚ ਲਿਆਏ ਹੋ, ਇਹਨਾਂ ਦਾ ਜਵਾਬ ਜ਼ਰੂਰ ਮੈਂ ਤੁਹਾਡੇ ਤੋਂ ਸੁਣਨਾ ਚਾਹੂੰਗਾ। ਅੱਜ ਮੁਹੰਮਦ ਸਦੀਕ ਏਅਰਪੋਰਟ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਸੀ ਜਦੋਂ ਉਹ ਕਹਿ ਰਹੇ ਸੀ ਕਿ ਮੈਂ ਕਾਂਗਰਸ ਦੇ ਵਿੱਚ ਅੱਗੇ ਨਹੀਂ ਚੱਲਣਾ। ਇਹਦਾ ਮਤਲਬ ਹੈ ਕਿ ਮੁਹੰਮਦ ਸਦੀਕ ਕੈਪਟਨ ਅਮਰਿੰਦਰ ਸਿੰਘ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੇ ਨੇ। ਕੀ ਕੈਪਟਨ ਅਮਰਿੰਦਰ ਸਿੰਘ ਕੁਝ ਹੋਰ ਲੋਕਾਂ ਦੇ ਬਾਰੇ 'ਚ, ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਤੁਹਾਡੇ ਨਾਲ ਕਿੰਨੇ ਐਮਐਲਏ, ਕਹਿੰਦੇ ਮੈਂ ਤੁਹਾਨੂੰ ਥੋੜਾ ਦੱਸਣਾ। ਫਿਰ ਉਹ ਦੂਜੀ ਗੱਲ ਕਹਿੰਦੇ ਕਿ ਸਪੀਕਰ ਨੇ ਦੇਖਣਾ ਕਿ ਉਹ ਫਲੋਰ ਦੇ ਉੱਤੇ ਇਹ ਸਰਕਾਰ ਕੋਲ ਬਹੁਮਤ ਹੈ ਕਿ ਨਹੀਂ ਹੈ। ਇਹਦਾ ਮਤਲਬ ਆਉਂਦੇ ਦਿਨ ਹੀ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਹੋ ਸਕਦੀਆਂ। ਤੀਜਾ ਅਹਿਮ ਸਵਾਲ ਜਿਹੜਾ ਮੈਂ ਤੁਹਾਨੂੰ ਲੈਣ ਲਈ ਕਹੂੰਗਾ ਉਹ ਇਹ ਆ ਕਿ ਇਸ ਸਰਕਾਰ ਦੇ ਵਿੱਚ, ਚੰਨੀ ਸਰਕਾਰ ਦੇ ਵਿੱਚ ਜਾਂ ਪਹਿਲਾਂ ਕੈਪਟਨ ਸਰਕਾਰ ਦੇ ਵਿੱਚ ਅਹਿਮ ਰੋਲ ਸੀਗਾ ਮਾਝਾ ਬ੍ਰਿਗੇਡ ਦਾ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਇੱਕ ਵੱਡੇ ਮੰਤਰੀ ਨੇ, ਇਸ ਵੇਲੇ ਡਿਪਟੀ ਸੀਐਮ ਨੇ, ਉਹਨਾਂ ਦੀ ਸਿੱਧੂ ਔਰ ਚੰਨੀ ਦਰਮਿਆਨ ਹੁੰਦੀ ਗੱਲਬਾਤ 'ਚ ਗੈਰ ਹਾਜ਼ਰੀ ਔਰ ਮਾਝਾ ਬ੍ਰਿਗੇਡ ਦਾ ਨਦਾਰਦ ਰਹਿਣਾ, ਇਹਨਾਂ ਮਾਮਲਿਆਂ 'ਚ ਗਰੁੱਪਬੰਦੀ ਦੀ ਇੱਕ ਹੋਰ ਆਹਟ ਆ। ਆਉਂਦੇ ਦਿਨਾਂ ਵਿੱਚ ਕੁਝ ਹੋਰ ਨਾਰਾਜ਼ਗੀਆਂ ਹੋ ਸਕਦੀਆਂ। ਜੇਕਰ ਸਾਰੀ ਗੱਲ ਸਿੱਧੂ ਦੀ ਮੰਨ ਲਈ ਜਾਂਦੀ ਆ ਤਾਂ ਜਿਹੜਾ ਇੱਕ ਵੱਡਾ ਗਰੁੱਪ, ਇੱਕ ਤਗੜਾ ਗਰੁੱਪ ਖੜਾ ਹੋਇਆ, ਉਹਦਾ ਕੀ ਹੋਊਗਾ? ਇਹ ਬਹੁਤ ਸਾਰੇ ਸਵਾਲ ਆ। ਜਿੱਥੋਂ ਤੱਕ ਰਜ਼ੀਆ ਸੁਲਤਾਨਾ ਦਾ ਸਵਾਲ ਹੈ, ਉਹਨਾਂ ਨੂੰ ਮਹਿਕਮੇ ਘੱਟ ਅਹਿਮੀਅਤ ਵਾਲੇ ਮਿਲਣ ਦੀ ਗੱਲ ਵੀ ਆ ਰਹੀ ਹੈ। ਕੀ ਉਹ ਚੰਨੀ ਆਪਣੇ ਕੋਲੋਂ ਕੋਈ ਮਹਿਕਮਾ ਉਹਨਾਂ ਨੂੰ ਦੇਣਗੇ? ਮਾਨਯੋਗ ਮੁੱਖ ਮੰਤਰੀ ਕੀ ਇਸ ਤਰ੍ਹਾਂ ਦੀ ਵੀ ਗੱਲ ਕਰਨਗੇ? ਇਹ ਸਾਰੇ ਸਵਾਲ ਦੇਖਣ ਵਾਲੇ ਆ ਕਿ ਕਾਂਗਰਸ ਦੇ ਅੰਦਰ ਧੜਿਆਂ ਦੀ ਰਾਜਨੀਤੀ ਬਹੁਤ ਸਿਰ ਚੁੱਕ ਚੁੱਕੀ ਆ। ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਵੀਟੋ ਕਰਕੇ ਸੈਂਟਰ ਦੇ ਵਿੱਚ ਆ ਗਿਆ। ਉਹਨਾਂ ਨੇ ਇਹ ਦਿਖਾਤਾ ਕਿ ਜੇ ਮੈਨੂੰ ਨਾਲ ਲੈ ਕੇ ਚੱਲਣਾ, ਮੇਰੀ ਅਗਵਾਈ 'ਚ ਚੱਲਣਾ, 2022 ਦੇ ਵਿੱਚ ਮੈਂ ਚਿਹਰਾ ਆ, ਤਾਂ ਮੈਨੂੰ ਪੁੱਛੇ ਬਿਨਾਂ ਜੇ ਚੱਲੋਗੇ ਤੇ ਮੇਰਾ ਨਾਲ ਚੱਲਣਾ ਅਸੰਭਵ ਹੋਊਗਾ। ਮੁੱਦੇ ਉਹਨਾਂ ਅਹਿਮ ਲਏ ਆ। ਹੁਣ ਮੈਨੂੰ ਇੱਕ ਇੱਕ ਕਰਕੇ ਇਹਨਾਂ ਚੀਜ਼ਾਂ ਤੇ ਜਾਇਓ ਕਿ ਅੱਜ ਤੁਹਾਨੂੰ ਲੱਗਦਾ ਕਿ ਆਮ ਸਹਿਮਤੀ ਬਣਨ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ। ਦੇਖੋ, ਜਿੱਥੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਕੱਲ ਦੀ ਦਿੱਲੀ ਫੇਰੀ ਔਰ ਉਹਨਾਂ ਦਾ ਅਮਿਤ ਸ਼ਾਹ ਨੂੰ ਮਿਲਣਾ, ਉਹ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਰਾਸ ਆ ਗਿਆ। ਕਿਉਂਕਿ ਨਵਜੋਤ ਸਿੰਘ ਸਿੱਧੂ ਪੀਪੀਸੀਸੀ ਤੋਂ ਅਸਤੀਫਾ ਦੇ ਚੁੱਕੇ ਸੀ ਪ੍ਰਧਾਨ ਦੇ ਵਜੋਂ, ਔਰ ਉਹਨਾਂ ਤੋਂ ਹਾਈ ਕਮਾਨ ਨੇ ਵੀ ਉਲਟਾ ਰੁਖ ਅਪਣਾਇਆ ਹੋਇਆ ਸੀਗਾ ਕਿ ਉਹਨਾਂ ਨੂੰ ਨਹੀਂ ਮਨਾਣਾ। ਪਰ ਦੂਜੇ ਪਾਸੇ ਤੁਸੀਂ ਇਹ ਵੀ ਦੇਖੋ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪੀਪੀਸੀਸੀ ਤੋਂ ਅਸਤੀਫਾ ਦਿੱਤਾ ਸੀਗਾ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਅਮਿਤ ਸ਼ਾਹ ਦੇ ਨਾਲ ਮੀਟਿੰਗ, ਇਹਦਾ ਕਿਸੇ ਨਾ ਕਿਸੇ ਜਗ੍ਹਾ ਫਾਇਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਮਿਲਿਆ। ਹੁਣ ਕੈਪਟਨ ਅਮਰਿੰਦਰ ਸਿੰਘ ਉਸ ਟਾਈਮ ਜਦ ਅਮਿਤ ਸ਼ਾਹ ਉਹਨਾਂ ਨੂੰ ਮਿਲ ਰਹੇ ਸੀਗੇ ਤੇ ਪੰਜਾਬ ਦੇ ਵਿੱਚ ਗੱਲਾਂ ਚੱਲ ਰਹੀ ਸੀ ਕਿ ਉਹਨਾਂ ਕੋਲ 28 ਐਮਐਲਏਆਂ ਦੀ ਲਿਸਟ ਹੈਗੀ ਹੈ, ਕੋਈ ਕਹਿੰਦਾ ਸੀ 20 ਐਮਐਲਏਆਂ ਦੀ ਹੈਗੀ ਹੈ, ਕੋਈ 23 ਐਮਐਲਏ ਕਹਿ ਰਹੇ ਸੀਗੇ। ਜੇ ਇਦਾਂ ਦੀ ਗੱਲ ਸੱਚੀ ਹੁੰਦੀ ਔਰ ਜੇ ਪੀਪੀਸੀਸੀ ਪ੍ਰਧਾਨਗੀ ਦਾ ਕੋਈ ਮੁੱਦਾ ਹੱਲ ਨਾ ਹੁੰਦਾ, ਸਿੱਧੂ ਉਹਨਾਂ ਦੇ ਮੁੱਦੇ ਤੇ ਕੋਈ ਹਾਈ ਕਮਾਨ ਐਕਸ਼ਨ ਲੈ ਕੇ ਕੁਛ ਨਾ ਕੁਛ ਨਹੀਂ ਕਰਦਾ, ਤੇ ਸ਼ਾਇਦ ਇਹ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਸੀ। ਔਰ ਕੋਈ ਵੱਡੀ ਗੱਲ ਨਹੀਂ, ਜਿਹੜੀ ਚੰਨੀ ਉਹਨਾਂ ਦੀ ਸਰਕਾਰ ਹੈ ਆਉਣ ਵਾਲੇ ਟਾਈਮ ਵਿੱਚ ਫਲੋਰ ਤੇ ਹਾਰ ਸਕਦੀ ਸੀ ਜਦ ਉਹਨਾਂ ਨੂੰ ਬਹੁਮਤ ਸਾਬਿਤ ਕਰਨਾ ਪੈਂਦਾ।
ਪਰ ਜੀ ਉਹ ਹਾਲਾਤ ਮੈਨੂੰ ਲੱਗਦਾ ਹੁਣ ਅੱਜ ਟਾਲ ਦਿੱਤੇ ਗਏ। ਅੱਜ ਜਿਹੜੀ 3 ਵਜੇ ਮੀਟਿੰਗ ਸੀਗੀ ਉਹਦੇ ਵਿੱਚ ਸਿੱਧੂ ਉਹਨਾਂ ਦਾ ਆਪ ਟਵੀਟ ਕਰਕੇ ਕਹਿਣਾ ਕਿ ਮੈਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ 3 ਵਜੇ ਬੁਲਾਇਆ ਤੇ ਮੈਂ ਹੁਣ ਪੰਜਾਬ ਭਵਨ ਉਹਨਾਂ ਨੂੰ ਮਿਲਣ ਜਾ ਰਿਹਾ। ਉਹ ਇਦਾਂ ਲੱਗਦਾ ਸੀ ਜਗ੍ਹਾ ਤੇਰੀ ਟਾਈਮ ਤੇਰਾ, ਜਿੱਦਾਂ ਗਾਣਾ ਨਹੀਂ ਹੈਗਾ ਕਿ ਵੀ ਜਗ੍ਹਾ ਵੀ ਚੰਨੀ ਉਹਨਾਂ ਦੀ ਟਾਈਮ ਵੀ ਉਹਨਾਂ ਦਾ ਤੇ ਆਪਾਂ ਗੱਲਬਾਤ ਕਰਾਂਗੇ। ਪਰ ਉਹ ਜਦ ਗੱਲਬਾਤ ਹੋਈ, ਗੱਲਬਾਤ ਤੋਂ ਬਾਅਦ ਜਿਸ ਤਰੀਕੇ ਨਾਲ ਚੁੱਪ ਚਕੀਤੇ ਆਪਣੇ ਚੰਨੀ ਸਾਹਿਬ ਨਿਕਲੇ, ਉਸ ਤੋਂ ਬਾਅਦ ਸਿੱਧੂ ਉਹਨਾਂ ਦੀ ਜਿਹੜੀ ਫੌਜ ਸੀਗੀ ਜਾਂ ਟੀਮ ਸੀਗੀ ਉਹ ਨਿਕਲੀ, ਉਹਦੇ ਵਿੱਚ ਇੱਕ ਸ਼ੰਕਾ ਤੇ ਹੋ ਗਈ ਸੀਗੀ। ਇਦਾਂ ਲੱਗਿਆ ਸੀ ਕਿ ਪਤਾ ਨਹੀਂ ਗੱਲ ਨਹੀਂ ਨਿਬੜੀ। ਕਈਆਂ ਦੇ ਮੂੰਹ ਉਤਰ ਗਏ ਸੀ, ਕਈ ਲੋਕ ਕਹਿੰਦੇ ਸੀ ਵੀ ਹੋ ਜਾਏਗਾ ਫੈਸਲਾ। ਯਾਨੀ ਅੰਦਰ ਇੰਨੀ ਕੁ ਜਿਹੜੀ ਸਖਤੀ ਕੀਤੀ ਗਈ ਸੀ ਕਿ ਬਾਹਰ ਜਾ ਕੇ ਮੂੰਹ ਨਹੀਂ ਖੋਲਣਾ। ਪਰ ਫਿਰ ਵੀ ਦੇਖੋ ਮੀਡੀਆ ਤੇ ਮੀਡੀਆ ਹੈ, ਉਹ ਤੇ ਪੇਟ ਵਿੱਚੋਂ ਵੀ ਗੱਲ ਕੱਢ ਕੇ ਲੈ ਆਉਂਦਾ ਹੈ। ਗੱਲ ਅੰਦਰ ਇਹੀ ਮੁੱਕੀ ਕਿ ਜਿਹੜਾ ਡੀਜੀਪੀ ਹੈਗਾ ਉਹਦਾ ਇੱਕ ਪੈਨਲ ਯੂਪੀਐਸਸੀ ਨੂੰ ਭੇਜਿਆ ਜਾਏਗਾ। ਹਾਂ, ਮੇਨ ਗੱਲ ਹੈ ਜੀ। ਯੂਪੀਐਸਸੀ ਦੇ ਪੈਨਲ ਦੇ ਵਿੱਚ ਜਿਹਦਾ ਵੀ ਨਾਂ ਸਿਲੈਕਟ ਹੋ ਕੇ ਆਇਆ, ਸ਼ਾਇਦ ਉਹਦੇ ਵਿੱਚ ਸੋਤਾ ਸਾਹਿਬ ਦਾ ਨਾਂ ਭੇਜਿਆ ਜਾਏਗਾ, ਨਹੀਂ ਭੇਜਿਆ ਜਾਏਗਾ ਇਹ ਮੈਨੂੰ ਨਹੀਂ ਪਤਾ। ਪਰ ਉਹਦੇ ਵਿੱਚ ਸਰਕਾਰ ਆਪਣੀ ਪ੍ਰੈਫਰੈਂਸ ਵੀ ਦਿੰਦੀ ਹੈ। ਉਸ ਪ੍ਰੈਫਰੈਂਸ ਦੇ ਵਿੱਚ ਹੁਣ ਸੋਤਾ ਸਾਹਿਬ ਨਹੀਂ ਹੋਣਗੇ। ਦੂਜੀ ਗੱਲ, ਐਡਵੋਕੇਟ ਜਨਰਲ ਨੂੰ ਬੜੀ ਛੇਤੀ ਚੇਂਜ ਕਰ ਦਿੱਤਾ ਜਾਏਗਾ। ਉਹਨਾਂ ਨੂੰ ਚੇਂਜ ਕਰਕੇ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਬੜੀ ਛੇਤੀ ਹੋਣ ਵਾਲੀ ਹੈ। ਫਿਰ ਗੱਲ ਆਈ ਕਿ ਇਹਦੇ ਵਾਸਤੇ ਹਰੀਸ਼ ਰਾਵਤ ਨੇ ਜਿਹੜਾ ਬਿਆਨ ਦੇ ਕੇ ਕਿ 1 ਹਫ਼ਤਾ ਮੁਝੇ लगेगा पंजाब के मसलों को हल करने में, ਉਹਦਾ ਕੀ ਮਤਲਬ ਸੀਗਾ? ਜਦ ਉਹ ਟਵੀਟ ਇਸ ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਹੀ ਇਹ ਬਿਆਨ ਆਉਂਦਾ ਹੈ, ਤਦ ਪਤਾ ਲੱਗਦਾ ਹੈ ਕਿ ਵੀ ਲੱਗਦਾ ਹੈ ਹਜੇ ਕੋਈ ਰਫੜ ਕੰਟੀਨਿਊ ਰਹੇਗਾ। ਪਰ ਇਹ ਗੱਲ ਵੀ ਨਾਲ ਦੇ ਨਾਲ ਨਿਕਲ ਕੇ ਆਉਂਦੀ ਹੈ ਕਿ 1 ਹਫ਼ਤੇ ਦੇ ਵਿੱਚ ਇੱਕ ਕਮੇਟੀ ਬਣਾਈ ਜਾ ਰਹੀ ਹੈ। ਉਸ ਕਮੇਟੀ ਦੇ ਵਿੱਚ ਮੁੱਖ ਮੰਤਰੀ, ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਜਿਹੜੇ ਪੰਜਾਬ ਦੇ ਨਵੇਂ ਪ੍ਰਭਾਰੀ ਬਣਨ ਲੱਗੇ ਨੇ, ਜਿਨ੍ਹਾਂ ਦਾ ਨਾਂ ਚੱਲ ਰਿਹਾ ਹਰੀਸ਼ ਚੌਧਰੀ, ਉਹਨਾਂ ਜਿਹੜੇ ਅੱਜ ਦੀ ਮੀਟਿੰਗ ਦੇ ਵਿੱਚ ਵੀ ਸ਼ਾਮਿਲ ਸੀਗੇ, ਉਹ ਹਫ਼ਤੇ ਵਿੱਚ 2 ਵਾਰ ਮੀਟਿੰਗਾਂ ਕਰਨਗੇ ਔਰ ਸਰਕਾਰ ਔਰ ਪੀਪੀਸੀਸੀ ਦੇ ਵਿੱਚ ਲਾਈਜ਼ਨਿੰਗ ਹੋਏਗੀ। ਸਾਰੇ ਫੈਸਲੇ ਇਕੱਠੇ ਹੋ ਕੇ ਲਿੱਤੇ ਜਾਣਗੇ ਤਾਂ ਕਿ ਉਹਨਾਂ ਫੈਸਲਿਆਂ ਦੇ ਵਿੱਚ ਲਿੱਤੇ ਹੋਏ ਮੁੱਦਿਆਂ ਨੂੰ ਅੰਜਾਮ ਤੱਕ ਪਹੁੰਚਾਉਣਾ ਪੀਪੀਸੀਸੀ ਦਾ ਵੀ ਔਰ ਸਰਕਾਰ ਦਾ ਵੀ ਕੰਮ ਹੋਏਗਾ। ਇਹ ਇੱਕ ਬੜੀ ਵਧੀਆ ਗੱਲ ਹੈਗੀ ਹੈ। ਇਹ ਗੱਲ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਬਣਾਉਣ ਤੋਂ ਪਹਿਲੇ, ਕੈਬਨਿਟ ਵਿਸਤਾਰ ਤੋਂ ਪਹਿਲੇ ਇਹ ਗੱਲਾਂ ਹੋਣੀ ਚਾਹੀਦੀ ਸੀ। ਮੈਂ ਇਹਦੇ ਚ ਕੁਝ ਸ਼ਾਮਲ ਕਰਦੇ ਹਾਂ। ਦੇਖੋ, ਇਹਦੇ ਚ ਕੋਈ ਦੋਰਾਵਾ ਨਹੀਂ ਕਿ ਮੀਟਿੰਗ ਬਹੁਤ ਚੰਗੇ ਮਾਹੌਲ ਚ ਹੋਈ, ਕਿਸੇ ਨੇ ਕੋਈ ਜ਼ਿਆਦਾ ਤਲਖੀ ਨਹੀਂ ਦਿਖਾਈ, ਇੱਕ ਦੂਜੇ ਦਾ ਸਨਮਾਨ ਰਿਹਾ, ਮੁੱਦੇ ਇੱਕ ਇੱਕ ਕਰਕੇ ਸਾਹਮਣੇ ਆਏ। ਇਹ ਸਵਾਲ ਵੀ ਚੱਕਿਆ ਗਿਆ ਕਿ ਜੇ ਮੰਨ ਲਓ ਇਹ ਮੁੱਦੇ ਆਪਾਂ ਹੱਲ ਨਹੀਂ ਕਰਦੇ, 2022 ਦੇ ਵਿੱਚ ਆਪਾਂ ਜਿੱਤਣ ਬਾਰੇ ਸੋਚ ਵੀ ਨਹੀਂ ਸਕਦੇ। ਇਲੈਕਸ਼ਨ ਲੜਨੀ ਵੀ ਔਖੀ ਹੈ। ਅਸੀਂ ਲੋਕਾਂ ਨੂੰ ਫੇਸ ਕਿਵੇਂ ਕਰਾਂਗੇ, ਪਿੰਡਾਂ 'ਚ ਕਿਵੇਂ ਜਾਵਾਂਗੇ? ਜਿਵੇਂ ਅਕਾਲੀ ਦਲ ਦਾ ਵਿਰੋਧ ਹੋ ਰਿਹਾ, ਸਾਡਾ ਵੀ ਹੋਊਗਾ। ਸਾਨੂੰ ਆਪਣਾ ਚਿਹਰਾ ਸਾਫ਼ ਲੈ ਕੇ ਜਾਣਾ ਪਊਗਾ। ਪਹਿਲੀ ਗੱਲ ਤਾਂ ਇਹ ਹੈ। ਔਰ ਦੂਜੀ ਗੱਲ ਇਹ ਹੈ ਕਿ ਕਿਉਂਕਿ ਕੋਈ ਫੈਸਲਾ ਨਹੀਂ ਹੋਇਆ, ਇਹ ਮਾਮਲਾ ਸਾਰਾ ਹਾਈ ਕਮਾਂਡ ਨਾਲ ਵਿਚਾਰਨ ਲਈ ਮੁੱਖ ਮੰਤਰੀ ਔਰ ਜਿਹੜੇ ਹਰੀਸ਼ ਚੌਧਰੀ ਆ ਉਹਨਾਂ ਨੂੰ ਅਧਿਕਾਰਤ ਕਰਤਾ ਗਿਆ। ਜਿਹੜੀਆਂ ਗੱਲਾਂ ਤੇ ਸਹਿਮਤੀ ਬਣੀ, ਉਹਨਾਂ ਗੱਲਾਂ ਦੀ ਅੱਗੇ ਜਾ ਕੇ ਉੱਪਰਲੇ ਪੱਧਰ ਤੇ ਹੁਣ ਉਹ ਕਿਹਨਾਂ ਨਾਲ, ਰਾਹੁਲ ਗਾਂਧੀ ਨਾਲ ਹੋਣੀ ਆ, ਪ੍ਰਿਯੰਕਾ ਗਾਂਧੀ ਨਾਲ ਹੋਣੀ ਆ, ਕੇਸੀ ਵੇਣੂਗੋਪਾਲ ਨਾਲ ਹੋਣੀ ਆ, ਹਰੀਸ਼ ਰਾਵਤ ਨਾਲ ਹੋਣੀ ਆ, ਕਿਹਦੇ ਨਾਲ ਹੋਣੀ ਆ? ਇੱਕ ਹੋ ਸਕਦਾ ਕਿ ਕੋਈ ਵੀਡੀਓ ਕਾਨਫਰੰਸਿੰਗ ਹੋਵੇ ਜਿਹਦੇ ਵਿੱਚ ਸਾਰੇ ਜੋ ਅੰਦਰ ਵਿਚਾਰੇ ਗਏ ਮਸਲੇ, ਹੋ ਸਕਦਾ ਉਹ 'ਚ ਸਿੱਧੂ ਨੂੰ ਵੀ ਨਾਲ ਸ਼ਾਮਲ ਕੀਤਾ ਜਾਵੇ। ਉਨ ਤੋਂ ਬਾਅਦ ਇੱਕ ਆਮ ਸਹਿਮਤੀ ਬਣਾ ਕੇ ਜੋ ਵੀ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਹ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਜਾਵੇ, ਜਾਂ ਉਹਦੇ ਲਈ ਕੋਈ ਇੱਕ ਵਿਅਕਤੀ ਨੂੰ ਅਧਿਕਾਰਤ ਕਰਤਾ ਜਾਵੇ ਕਿ ਉਹ ਪ੍ਰੈਸ ਕਾਨਫਰੰਸ ਕਰੇ। ਉਹ ਸਟੇਟ ਲੈਵਲ ਤੇ ਹੋਵੇ ਜਾਂ ਨੈਸ਼ਨਲ ਲੈਵਲ ਦਾ ਕੋਈ ਬੁਲਾਰਾ ਉਹਦੇ ਤੇ ਟਿੱਪਣੀ ਕਰੇ। ਇਹ ਜਿਹੜੀਆਂ ਧਿਰਾਂ ਨੇ ਇਹ ਟਿੱਪਣੀ ਕਰਕੇ ਪੱਤਰਕਾਰਾਂ ਦੇ ਸਵਾਲਾਂ ਤੋਂ ਬਚ ਸਕਦੀਆਂ ਨੇ। ਜੇ ਇਹਨਾਂ ਨੂੰ ਪ੍ਰੈਸ ਵਿੱਚ ਜਾਣਾ ਪੈਂਦਾ ਤਾਂ ਕ੍ਰਾਸ ਕੁਐਸਚਨਿੰਗ ਤੋਂ ਸਾਰੇ ਭੱਜ ਰਹੇ ਆ। ਇਸ ਵੇਲੇ ਪੱਤਰਕਾਰਾਂ ਨੂੰ ਫੇਸ ਕਰਨਾ ਔਖਾ ਹੈ। ਅੱਜ ਕੱਲ ਤਾਂ ਹਾਸਾ ਮਜ਼ਾਕ ਬੜਾ ਚੱਲਦਾ, ਕਹਿੰਦੇ ਜੀ ਸਭ ਤੋਂ ਔਖੇ ਤਾਂ ਸਰੋਤ ਹੋਏ ਪਏ ਆ। ਉਹ ਇੱਕ ਬੜੀ ਸੋਹਣੀ ਕਿਸੇ ਨੇ ਗੱਲ ਕਹੀ, ਕਹਿੰਦੇ ਜੀ ਕਾਂਗਰਸ ਨੇ 3 ਤਰ੍ਹਾਂ ਦੇ ਲੋਕ ਬੜੇ ਦੁਖੀ ਕੀਤੇ ਪਏ। ਇੱਕ ਤਾਂ ਪੱਤਰਕਾਰ ਬੜੇ ਦੁਖੀ ਕੀਤੇ, ਦੂਜੇ ਬੰਨੇ ਹਲਵਾਈ ਬੜੇ ਦੁਖੀ ਕੀਤੇ ਵੀ ਲੱਡੂ ਬਣਾ ਲੈਂਦੇ ਆ, ਫਿਰ ਖਰਾਬ ਕੰਮ ਹੋ ਜਾਂਦਾ, ਜੇ ਆਰਡਰ ਦੇ ਦਿੰਦੇ ਆ ਰੋਕ ਦਿੰਦੇ ਆ। ਟੈਂਟਾਂ ਵਾਲੇ ਬੜੇ ਦੁਖੀ ਆ, ਫੰਕਸ਼ਨ ਹੋਣ ਲੱਗਦਾ ਵਿੱਚੇ ਸਿਆਪਾ ਕੋ ਨਵਾਂ ਪੈ ਜਾਂਦਾ। ਖੈਰ ਇਹਨੂੰ ਛੱਡ ਦਿੰਦੇ। ਖੈਰ ਮੈਂ ਭਾਸਕਰ ਸਾਹਿਬ ਮੁੜ ਕੇ ਉਸ ਮੁੱਦੇ ਤੇ ਆਵਾਂ ਕਿ ਅਨਾਉਂਸਮੈਂਟਸ ਇਸ ਕਰਕੇ ਨਹੀਂ ਹੋਈਆਂ। ਇਹਦੇ ਚ ਜੋ ਅਸੀਂ ਕਹਿ ਰਹੇ ਤਬਦੀਲੀ ਦੀ ਸੰਭਾਵਨਾ ਇਸ ਕਰਕੇ ਵੀ ਹੋ ਸਕਦੀ ਆ ਕਿ ਜਿਹੜੀ ਗੱਲਬਾਤ ਅੰਦਰ ਹੋਈ ਆ ਉਹ ਕਾਂਗਰਸ ਹਾਈ ਕਮਾਂਡ ਨਾਲ ਡਿਸਕਸ ਕੀਤੀ ਜਾਣੀ ਹੈ। ਕੋਈ ਜਿਹੜੀ ਅਫੀਸ਼ੀਅਲ ਅਨਾਉਂਸਮੈਂਟ ਹੈ ਉਸ ਤੋਂ ਪਹਿਲਾਂ ਇਹਦੇ ਤੇ ਕੰਸੈਂਸਸ ਕੋਈ ਆਮ ਰਾਏ ਹਾਈ ਕਮਾਂਡ ਨਾਲ ਬਣਾਈ ਜਾਣੀ ਹੈ, ਉਹਦੇ ਚੋਂ ਵਾਧਾ ਘਾਟਾ ਕਰ ਸਕਦੇ ਆ। ਸੋ ਮੁੱਢਲੇ ਤੌਰ ਤੇ ਜਿਹੜੀ ਸਾਨੂੰ ਅੰਦਰੋਂ ਖਬਰ ਮਿਲ ਰਹੀ ਆ ਉਹ ਇਹੀ ਹੈ ਜੋ ਭਾਸਕਰ ਸਾਹਿਬ ਨੇ ਦੱਸੀ ਕਿ ਇਹਨਾਂ ਮੁੱਦਿਆਂ ਦੇ ਉੱਤੇ ਅੱਗੇ ਵਧਿਆ ਜਾ ਰਿਹਾ। ਮਾਣਯੋਗ ਮੁੱਖ ਮੰਤਰੀ ਆਪਣੀ ਕਿਸੇ ਵੀ ਅੜੀ ਤੇ ਨਹੀਂ ਖੜੇ। ਉਹਨਾਂ ਨੇ ਕਿਹਾ
ਇਕੱਠੇ ਚੱਲਣਾ ਹੈ, ਦੂਜਾ ਕੋਈ ਮਸਲਾ ਨਹੀਂ, ਮੇਰੀ ਕੋਈ ਈਗੋ ਨਹੀਂ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਮੇਰੀ ਵੀ ਕੋਈ ਈਗੋ ਨਹੀਂ, ਪਰ ਇਹ ਮੁੱਦੇ ਐਸੇ ਜਿਨ੍ਹਾਂ ਨੂੰ ਐਡਰੈਸ ਕੀਤੇ ਬਿਨਾਂ ਤੁਰ ਹੀ ਨਹੀਂ ਸਕਦੇ ਆਪਾਂ। ਤੇ ਫਿਰ ਇਹ ਸਹਿਮਤੀ ਬਣੀ ਕਿ ਐਡਵੋਕੇਟ ਜਨਰਲ ਲਈ ਵੀ ਇੱਕ ਜਿਹੜੀ ਆਮ ਸਹਿਮਤੀ ਬਣਾਈ ਜਾਵੇ, ਔਰ ਜਿਹੜੇ ਡੀਜੀਪੀ ਆ ਉਹਨੂੰ ਲੈ ਕੇ ਵੀ, ਜਿਹੜਾ ਤੁਸੀਂ ਯੂਪੀਐਸਸੀ ਨੂੰ ਦੱਸਿਆ ਕਿ ਉਹ ਨਾ ਭੇਜੇ ਜਾਣ। ਹੁਣ ਉਹ ਨਾ ਕਿਵੇਂ ਜਾਣੇ ਆ, ਕੀ ਆ ਉਹ ਚ ਕੀ ਗੱਲ ਹੋਈ, ਅਸੀਂ ਡਿਟੇਲ ਚ ਨਹੀਂ ਜਾ ਰਹੇ, ਲੇਕਿਨ ਇਹ ਸਹਿਮਤੀ ਬਣ ਗਈ ਆ, ਅੱਗੇ ਵਧਿਆ ਜਾਵੇ। ਲੇਕਿਨ ਸਭ ਤੋਂ ਅਹਿਮ ਸਵਾਲ ਆ ਕਿ ਅਗਲੇ ਸਾਰੇ ਮਸਲੇ ਉਹਨਾਂ ਲਈ ਇੱਕ ਵਿਧੀਵਤ ਵਿਧਾਨ ਬਣਾ ਲਿਆ ਜਾਵੇ, ਹਫ਼ਤੇ 'ਚ 1 ਜਾਂ 2 ਵਾਰੀ ਮਿਲਣ ਦਾ ਪ੍ਰੋਗਰਾਮ ਰੱਖ ਲਿਆ ਜਾਵੇ, ਜਿਹੜੇ ਵੀ ਇਸ਼ੂਜ਼ ਨੇ ਪਾਰਟੀ ਔਰ ਸਰਕਾਰ ਦੇ, ਉਹਨਾਂ ਨੂੰ ਪਹਿਲਾਂ ਡਿਸਕਸ ਕਰ ਲਿਆ ਜਾਵੇ। ਜੇ ਉੱਥੇ ਰਾਏ ਨਾ ਬਣੇ ਤਾਂ ਫਿਰ ਉਹਨੂੰ ਫਰਦਰ ਮੀਟਿੰਗ ਲਈ ਰੱਖ ਲਿਆ ਜਾਵੇ, ਪ੍ਰੈਸ ਵਿੱਚ ਨਾ ਜਾਇਆ ਜਾਵੇ, ਗੁੱਸੇ ਨਾਰਾਜ਼ਗੀਆਂ ਛੱਡੀਆਂ ਜਾਣ, ਇਕੱਠੇ ਹੋ ਕੇ ਲੜਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਦਾ ਮੁਕਾਬਲਾ ਵੀ ਕਰਨਾ ਹੈ। ਜਿਹੜੇ ਕੇਜਰੀਵਾਲ ਅੱਜ ਬਹੁਤ ਕੁਝ ਕਹਿ ਕੇ ਗਏ ਆ, ਅਕਾਲੀ ਦਲ ਪੱਟਾਂ ਤੇ ਥਾਪੀਆਂ ਮਾਰਦਾ, ਸਾਰੇ ਮਸਲੇ ਭਾਸਕਰ ਸਾਹਿਬ ਹੁਣ ਅੱਗੇ ਵੱਧ ਕੇ ਦੱਸਿਓ ਮੈਨੂੰ ਅਗਲਾ ਮਰਹਲਾ। ਹੁਣ ਬਿਲਕੁਲ ਠੀਕ ਗੱਲ ਹੈ। ਜਿਹੜਾ ਸਿੱਧੂ ਵਾਲੇ ਮਸਲੇ ਦੇ ਉੱਤੇ ਤੇ ਤਕਰੀਬਨ ਫੈਸਲਾ ਹੋ ਗਿਆ, ਔਰ ਇੱਕ ਬੜੀ ਵਧੀਆ ਗੱਲ ਹੋਈ ਹੈ ਕਿ ਅੱਗੇ ਚੱਲ ਕੇ ਸਰਕਾਰ ਔਰ ਪੀਪੀਸੀਸੀ ਦੇ ਵਿੱਚ ਕੋਈ ਤਣਾਅ ਨਾ ਪੈਦਾ ਹੋਏ, ਕਿਸੇ ਤਰੀਕੇ ਦਾ ਕਮਿਊਨੀਕੇਸ਼ਨ ਗੈਪ ਨਾ ਹੋਏ, ਉਹਦਾ ਸਾਰਾ ਇੱਕ ਸਿਸਟਮ ਜਿਹਾ ਬਣਾ ਲਿੱਤਾ ਗਿਆ। ਸਿਸਟਮ ਤੇ ਖੈਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਵੀ ਬਣਾਇਆ ਗਿਆ ਸੀ, ਜਦ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਸੀ। ਪਰ ਉਸ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ 10 ਬੰਦੇ ਹੋਣ ਕਰਕੇ, ਔਰ 10 ਬੰਦਿਆਂ ਦੇ ਵਿੱਚੋਂ ਵੀ ਸਿੱਧੂ ਉਹਨਾਂ ਦਾ ਨਾਂ 8ਵਾਂ ਹੋਣ ਕਰਕੇ ਉਹਦੇ ਵਿੱਚ ਕੁਝ ਦਿੱਕਤਾਂ ਆਈ ਸੀ। ਹੁਣ ਤੇ 3 ਮੈਂਬਰੀ ਕਮੇਟੀ ਬਣ ਰਹੀ ਹੈ, ਨਵਜੋਤ ਸਿੰਘ ਸਿੱਧੂ ਉਹਨਾਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹਰੀਸ਼ ਚੌਧਰੀ ਉਹਨਾਂ। ਇਹਨਾਂ ਨਾਮਾਂ ਤੇ ਮੋਹਰ ਤਕਰੀਬਨ ਲੱਗ ਚੁੱਕੀ ਹੈ। ਹਫ਼ਤੇ ਦੇ ਵਿੱਚ 2 ਵਾਰ ਉਹਨਾਂ ਦੀ ਮੀਟਿੰਗ ਹੋਏਗੀ। ਜੋ ਪ੍ਰੋਗਰਾਮ ਸਰਕਾਰ ਨੇ ਕਰਨੇ ਹੈ ਉਹ ਸਰਕਾਰ ਉਹਦਾ ਬਿਊਰਾ ਦੇਗੀ। ਪੀਪੀਸੀਸੀ ਜਾਂ ਕਾਂਗਰਸ ਦੇ ਪ੍ਰਧਾਨ ਵਜੋਂ ਜਿਹੜੇ ਕੰਮ ਸਰਕਾਰ ਤੋਂ ਕਰਾਉਣ ਵਾਸਤੇ ਨਵਜੋਤ ਸਿੰਘ ਸਿੱਧੂ ਉਹਨਾਂ ਚਾਹ ਰੱਖਦੇ ਨੇ, ਇੱਛਾ ਰੱਖਦੇ ਨੇ, ਔਰ ਉਹਨਾਂ ਪ੍ਰੋਗਰਾਮ ਨੂੰ ਕਰਾਉਣਾ ਚਾਹੁੰਦੇ ਨੇ, ਉਹ ਵੀ ਉਹਦਾ ਬਿਊਰਾ ਉੱਥੇ ਦੇਣਗੇ। ਸਰਕਾਰ ਸਮੂਥ ਤਰੀਕੇ ਨਾਲ ਚੱਲੇਗੀ, ਤਾਂ ਹੀ ਕਰਕੇ 2022 ਦੇ ਵਿੱਚ ਕੋਈ ਚਿਹਰਾ ਸੂਰਤ ਜਾਂ ਸੀਰਤ ਕਾਂਗਰਸ ਦੀ ਨਜ਼ਰ ਆਏਗੀ। ਜੋ 2 ਦਿਨਾਂ ਦੇ ਹਾਲਾਤ ਦੇ ਵਿੱਚ ਤੁਸੀਂ ਜਦ ਗੈਰ ਰਸਮੀ ਤੌਰ ਤੇ ਡਿਸਕਸ ਕਰਦੇ ਸੀਗੇ ਤੇ ਕਾਂਗਰਸ ਕਾਫੀ ਥੱਲੇ ਨਜ਼ਰ ਆਉਂਦੀ ਸੀ। ਸਰਕਾਰ ਬਣਾਉਣ ਦੀ ਸਰਕਾਰਾਂ ਬਣਾਉਣ ਦੀ ਤਾਂ ਗੱਲ ਹੀ ਛੱਡੋ, 10 ਤੱਕ ਦੀ ਵੀ ਗਿਣਤੀ ਉਹ ਪੂਰੀ ਨਹੀਂ ਕਰਦੀ ਸੀਗੀ ਜੇ ਕਿਤੇ ਇਹ ਰਫੜ ਜ਼ਿਆਦਾ ਲੰਬਾ ਚੌੜਾ ਚੱਲਦਾ। ਪਰ ਹੁਣ ਸਥਿਤੀ ਸੰਭਾਲ ਲਈ ਗਈ ਹੈ। ਇਹ ਸੂਝਵਾਨੀ ਕਹੀਏ ਕੈਪਟਨ ਅਮਰਿੰਦਰ ਸਿੰਘ ਦੀ, ਜਿਨ੍ਹਾਂ ਨੇ ਇਹ ਇੱਕ ਆਪਣਾ ਇੱਕ ਨਵੀਂ ਮੂਵ ਚੱਲ ਕੇ ਉਹ ਇੱਕ ਮੌਕਾ ਦਿੱਤਾ ਜਿਹੜੀ ਪੀਪੀਸੀਸੀ ਨੂੰ ਜਾਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਔਰ ਚੰਨੀ ਉਹਨਾਂ ਨੂੰ ਦੁਬਾਰਾ ਨਜ਼ਦੀਕ ਆਉਣ ਦਾ। ਪਰ ਇਹਦੇ ਵਿੱਚ ਇੱਕ ਰੋਲ ਬੜਾ ਇੰਪੋਰਟੈਂਟ ਹੈਗਾ। ਤੁਸੀਂ ਇਹ ਦੇਖੋ ਕਿ ਬਲਰਾਮ ਜਾਖੜ, ਜਿਹੜੇ ਸੁਨੀਲ ਜਾਖੜ, ਜਿਨ੍ਹਾਂ ਦੇ ਘਰ ਨਵਜੋਤ ਸਿੰਘ ਸਿੱਧੂ ਆਣਾ ਪਹਿਲੀ ਵਾਰ ਜਾਗੋ ਕੱਢ ਕੇ ਗਏ ਸੀਗੇ, ਉਹ ਅੱਜ ਨਾਰਾਜ਼ ਨਜ਼ਰ ਆਏ। ਉਹਨਾਂ ਨੇ ਇੱਕ ਟਵੀਟ ਛੱਡਿਆ, ਬਹੁਤ ਹੋ ਗਿਆ, ਯਾਨੀ ਉਹ ਪੰਜਾਬੀ ਜਿੱਦਾਂ ਕਹਿੰਦੇ ਨੇ ਬਹੁਤ ਹੋ ਗਿਆ ਬਈ ਹੁਣ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ, ਇੱਕ ਦਲਿਤ ਮੁੱਖ ਮੰਤਰੀ ਨੂੰ ਤੁਸੀਂ ਕਮਜ਼ੋਰ ਕਰਨ ਦੀ ਕੋਸ਼ਿਸ਼ ਨਾ ਕਰੋ, ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਤੁਸੀਂ ਇੰਟਰਵੀਨ ਨਾ ਕਰੋ। ਉਹ ਟਵੀਟ ਕੁਝ ਐਦਾਂ ਦੇ ਸੀਗੇ ਕਿ ਜਿੱਦਾਂ ਉਹ ਉਸ ਗੱਲ ਦਾ ਬਦਲਾ ਲੈ ਰਹੇ ਹੋਣ ਜਿਹਦੇ ਵਿੱਚੋਂ ਇਹ ਗੱਲ ਵੱਜਦੀ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਿਆ। ਔਰ ਇਹੀ ਕੁਝ ਤਦ ਵੀ ਨਜ਼ਰ ਆਇਆ ਜਦ ਸੁਖਜਿੰਦਰ ਰੰਧਾਵਾ ਦਾ ਇਸ ਮੀਟਿੰਗ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਜਾਂ ਉਹਨਾਂ ਨੂੰ ਦੂਰ ਰੱਖਿਆ ਗਿਆ, ਕਿਉਂਕਿ ਇਹ ਰਿਸ਼ਤੇ 4-5 ਦਿਨ ਪਹਿਲੇ ਬੜੇ ਵਧੀਆ ਹੁੰਦੇ ਸੀਗੇ। ਗੱਲਾਂ ਤਾਂ ਇਹ ਵੀ ਚੱਲਦੀ ਹੈ ਕਿ ਹੋਮ ਮਿਨਿਸਟਰੀ ਜਦ ਸੁਖਜਿੰਦਰ ਰੰਧਾਵਾ ਉਹਨਾਂ ਨੂੰ ਦਿੱਤੀ, ਉਹਦੇ ਤੋਂ ਨਵਜੋਤ ਸਿੰਘ ਸਿੱਧੂ ਉਹਨਾਂ ਬਹੁਤੇ ਖੁਸ਼ ਨਹੀਂ ਸੀ। ਇਹਨਾਂ ਗੱਲਾਂ ਦਾ ਬਾਹਰ ਆਉਣਾ, ਯਾਨੀ ਬਹੁਤ ਸਾਰੀ ਤਾਕਤਾਂ ਇੱਦਾਂ ਦਾ ਕੰਮ ਕਰ ਰਹੀ ਹੈ ਜੋ ਚੰਨੀ ਉਹਨਾਂ ਦੇ ਔਰ ਦੂਜੇ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਪਾਉਣਾ ਚਾਹੁੰਦੇ ਨੇ। ਉਹਨਾਂ ਦੇ ਆਪਣੇ ਰਾਜਨੀਤਿਕ ਉਦੇਸ਼ ਹੈਗੇ ਨੇ, ਮੋਟਿਵ ਹੈਗੇ ਨੇ, ਜਿਹਦੇ ਕਰਕੇ ਉਹ ਚਾਹੁੰਦੇ ਨੇ ਕਿ ਇਹ ਪਾਲਾ ਪਿਆ ਰਹੇ ਤਾਂ ਕਿ ਸਾਡਾ ਸਕੋਪ ਬਣਿਆ ਰਹੇ। ਪਰ ਸੁਨੀਲ ਜਾਖੜ ਉਹਨਾਂ ਤੋਂ ਇੱਦਾਂ ਦੀ ਐਕਸਪੈਕਟੇਸ਼ਨ ਸੀ ਨਹੀਂ। ਰਵਨੀਤ ਬਿੱਟੂ ਉਹਨਾਂ ਨੇ ਜੋ ਕੁਝ ਕਿਹਾ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬਾਰੇ, ਉਹ ਬੜੇ ਮਾੜੇ ਸ਼ਬਦਾਂ ਦਾ ਇਸਤੇਮਾਲ ਕੀਤਾ। ਇੱਥੇ ਤੱਕ ਕਿ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਤੇ ਉਹੀ ਗੱਲ ਹੋ ਗਈ ਜਿਹੜਾ ਆਪਣੇ ਸਿਰ ਸਵਾਹ ਪਾ ਲਈ, ਯਾਨੀ ਉਹ ਗੱਲ ਕੋਈ ਚੰਗੀ ਨਹੀਂ ਗਈ। ਲੋਕਾਂ ਦੇ ਮਨਾਂ ਦੇ ਵਿੱਚ ਰਵਨੀਤ ਬਿੱਟੂ ਉਹਨਾਂ ਦੀ ਇੱਜ਼ਤ ਕੋਈ ਵਧੀ ਨਹੀਂ ਉਸ ਗੱਲ ਤੋਂ। ਦੂਜੇ ਪਾਸੇ ਗੁਰਜੀਤ ਔਜਲਾ ਉਹਨਾਂ ਨੇ ਜਿਹੜੀ ਗੱਲਾਂ ਕਹੀਆਂ ਉਹ ਵੀ ਕੁਝ ਚੰਗੇ ਟੇਸਟ ਤੋਂ ਨਹੀਂ ਜਾ ਰਹੀ ਸੀ। ਇੱਦਾਂ ਦਾ ਲੱਗ ਰਿਹਾ ਸੀਗਾ ਕਿ ਕਾਂਗਰਸ ਦੇ ਅੰਦਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਖੇਮਾ ਤਿਆਰ ਹੋ ਰਿਹਾ ਸੀਗਾ ਜਾਂ ਬੜੀ ਕੋਸ਼ਿਸ਼ਾਂ ਕਰ ਰਿਹਾ ਸੀ, ਉਹ ਅਚਾਨਕ ਯੂਨਾਈਟਿਡ ਹੁੰਦਾ ਨਜ਼ਰ ਆਇਆ। CWC ਮੀਟਿੰਗ ਨੂੰ ਬੁਲਾਣਾ, G23 ਦਾ ਐਕਟਿਵ ਹੋਣਾ, ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ 'ਚ ਹੋਣਾ, ਇਹ ਸਾਰੀ ਗੱਲਾਂ ਤੁਸੀਂ ਕਨੈਕਟ ਕਰਕੇ ਦੇਖੋ। ਔਰ ਜਿਹੜੀ ਅਮਿਤ ਸ਼ਾਹ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਮੀਟਿੰਗ ਹੋਈ ਹੈ,
ਉਸ ਤੋਂ ਬਾਅਦ ਇਹ ਗੱਲ ਦਾ ਫੈਲ ਜਾਣਾ ਕਿ ਉਹ ਕਦੀ ਵੀ ਬੀਜੇਪੀ ਜੁਆਇਨ ਕਰ ਸਕਦੇ ਨੇ। ਦੇਖੋ ਬੀਜੇਪੀ ਤੇ ਉਹਨਾਂ ਨੇ ਜੁਆਇਨ ਕਰਨੀ ਹੁਣ ਗੱਲ ਹੈਗੀ ਹੈ ਡਾਇਰੈਕਟਲੀ ਨਹੀਂ, ਇਨਡਾਇਰੈਕਟਲੀ ਕਰਨਗੇ। ਪਹਿਲੇ ਉਹ ਕੋਸ਼ਿਸ਼ ਕਰਨਗੇ ਆਪਣੀ ਕੋਈ ਪੋਲੀਟੀਕਲ ਪਾਰਟੀ, ਪੋਲੀਟੀਕਲ ਪਲੇਟਫਾਰਮ। ਭਾਸਕਰ ਸਾਹਿਬ ਤੁਹਾਨੂੰ ਯਾਦ ਹੋਣਾ, ਇਹ ਸਿਆਸੀ ਲੋਕ ਭੁੱਲ ਜਾਂਦੇ ਆ, ਆਮ ਲੋਕ ਕਮਲੇ ਨਹੀਂ ਹੁੰਦੇ। ਤੁਹਾਨੂੰ ਯਾਦ ਹੈ ਜਦੋਂ ਇਹ ਦਿੱਲੀ ਨੂੰ ਚੱਲੇ ਸੀ 에ਅਰਪੋਰਟ ਵੱਲ ਤੇ ਪਿੱਛੋਂ ਹੀ ਰਵੀਨ ਠੁਕਰਾਲ ਦਾ ਟਵੀਟ ਆ ਗਿਆ ਸੀ, ਅੱਗੇ ਐਵੇਂ ਤੁਸੀਂ ਅਫਵਾਹਾਂ ਫੈਲਾਈ ਜਾਂਦੇ ਹੋ, ਉਹ ਤਾਂ ਚੱਲੇ ਆ ਨਿੱਜੀ ਦੌਰੇ ਤੇ ਬਾਅਦ ਦੇ ਵਿੱਚ ਕੈਪਟਨ ਸਾਹਿਬ ਕਹਿਣ ਲੱਗੇ, ਕਹਿੰਦੇ ਜੀ ਮੈਂ ਤਾਂ ਆਪਣਾ ਕਪੂਰਥਲਾ ਹਾਊਸ ਖਾਲੀ ਕਰਨ ਆਇਆ, ਜਿੱਦਾਂ ਉੱਥੋਂ ਉਹਨਾਂ ਨੇ ਆਪਣੀਆਂ ਦਰੀਆਂ ਸਮੇਟਣੀਆਂ ਹੁੰਦੀਆਂ, ਜਿੱਦਾਂ ਉੱਥੋਂ ਆਪਣੇ ਗੱਦੇ ਕੱਢਣੇ ਹੁੰਦੇ। ਖੈਰ ਉਹ ਤਾਂ ਉੱਥੇ ਆਪਣੇ ਅਫੀਸ਼ੀਅਲਸ ਨੂੰ ਮਿਲਦੇ ਵੀ ਨਜ਼ਰ ਆਏ। ਇਹ ਅਫੀਸ਼ੀਅਲ ਤੌਰ ਤੇ ਕਹਿ ਕੇ ਪਹਿਲਾਂ ਰਵੀਨ ਠੁਕਰਾਲ ਨੇ ਕਿ ਨਿੱਜੀ ਦੌਰਾ ਹੈ, ਉਸ ਤੋਂ ਬਾਅਦ ਉਹਨਾਂ ਵੱਲੋਂ ਕਹਿ ਕੇ ਕਿ ਮੈਂ ਤਾਂ ਕਪੂਰਥਲਾ ਹਾਊਸ ਖਾਲੀ ਕਰਨਾ ਹੈ, ਤੇ ਅਚਨਚੇਤ ਹੀ ਉਹ ਅਮਿਤ ਸ਼ਾਹ ਦੇ ਘਰੇ ਨਜ਼ਰ ਪੈਂਦੇ ਆ। ਖੈਰ ਇਹ ਗੱਲਾਂ ਅੱਜ ਕੱਲ ਕੋਈ ਯਕੀਨ ਵਾਲੀਆਂ ਨਹੀਂ ਕਿ ਮੈਂ ਬੀਜੇਪੀ ਜੁਆਇਨ ਨਹੀਂ ਕਰੂੰਗਾ। ਨਹੀਂ ਵੀ ਕਰੋਗੇ ਤਾਂ ਇਹ ਤਾਂ ਸਾਫ਼ ਨਜ਼ਰ ਹੀ ਆ ਰਿਹਾ ਕਿ ਤੁਸੀਂ ਕਰ ਕੀ ਰਹੇ ਹੋ। ਖੈਰ ਉਹਨਾਂ ਦੇ ਅੰਦਰ ਜੋ ਇਸ ਵੇਲੇ, ਕਿਉਂਕਿ ਉਮਰ ਦਾ ਤਕਾਜ਼ਾ ਵੀ ਹੈ ਕਿ ਇੱਥੇ ਆ ਕੇ ਬੰਦਾ ਜਦੋਂ ਖਿੱਚਦਾ ਹੈ ਤਾਂ ਬਹੁਤ ਜ਼ਿਆਦਾ ਫਰਸਟ੍ਰੇਸ਼ਨ 'ਚ ਖਿੱਚਦਾ, ਉਦਾਂ ਬੰਦਾ ਬਹੁਤ ਸੰਜਮੀ ਹੋ ਜਾਂਦਾ। ਕੈਪਟਨ ਅਮਰਿੰਦਰ ਸਿੰਘ ਸਿੱਧੂ ਲਈ ਅੱਜ ਵੀ ਕਹਿੰਦੇ ਕਿ ਇਹਨੂੰ ਤਾਂ ਮੈਂ ਹਰਾਉਂ, ਜਿੱਥੋਂ ਮਰਜ਼ੀ ਲੜੇ ਇਹਨੂੰ ਤਾਂ ਮੈਂ ਹਰਾਉਂ, ਇਹਨੂੰ ਨਹੀਂ ਜਿੱਤਣ ਦਿੰਦਾ। ਇਹਦਾ ਮਤਲਬ ਮੈਂ ਹੁਣ ਕਾਂਗਰਸ ਦਾ ਕੱਖ ਨਹੀਂ ਰਹਿਣ ਦਿੰਦਾ, ਇਹ ਮੈਂ ਪੂਰੀ ਤਰ੍ਹਾਂ ਸੁਪਾਰੀ ਲਈ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ। ਖੈਰ ਇਹ ਸਵਾਲ ਬੜੇ ਵੱਡੇ ਨੇ ਕਿ ਤੁਹਾਡੀ ਗੱਲ ਜਿਹੜੀ ਵਜਨਦਾਰ ਆ ਕਿ ਜੋ ਕਹਿੰਦੇ ਆ ਪੋਲੀਟੀਸ਼ੀਅਨ, ਜ਼ਰੂਰੀ ਨਹੀਂ ਕਿ ਉਹ ਤੇ ਖੜੇ ਰਹਿਣ, ਇੱਕ ਪਲ ਦੇ ਵਿੱਚ ਉਹ ਬਦਲ ਜਾਂਦੇ ਆ, ਕਿਉਂਕਿ ਇਹ ਤਾਂ ਸਿਆਸਤ ਆ, ਇਹ ਤਾਂ ਸੰਭਾਵਨਾਵਾਂ ਦੀ ਗੱਲ ਆ। ਇੱਥੇ ਕੁਝ ਵੀ ਸਥਿਰ ਨਹੀਂ ਤੇ ਸਥਿਰ ਹੋਣਾ ਵੀ ਨਹੀਂ ਚਾਹੀਦਾ। ਜਿੱਥੇ ਸੱਤਾ ਹੈ ਉੱਥੇ ਸਥਿਰਤਾ ਕਿੱਥੇ ਆ? ਕੈਪਟਨ ਸਾਹਿਬ ਜਦੋਂ ਸਿੱਧੂ ਨੂੰ ਕਹਿੰਦੇ ਆ ਵੀ ਇਹ ਤਾਂ ਅਸਥਿਰ ਹੈ, ਤੇ ਉਹ ਇਹ ਭੁੱਲ ਜਾਂਦੇ ਆ ਕਿ ਇੱਥੇ ਸਥਿਰ ਕੀ ਆ। ਕੱਲ ਤੱਕ ਤੁਸੀਂ ਮੁੱਖ ਮੰਤਰੀ ਸੀ, ਅੱਜ ਸਾਬਕਾ ਹੋ ਗਏ, ਕੱਲ ਨੂੰ ਪਤਾ ਨਹੀਂ ਤੁਸੀਂ ਕਾਂਗਰਸ ਹੀ ਰਹਿਣਾ ਵੀ ਹੈ ਕਿ ਨਹੀਂ। ਅੱਜ ਤੁਸੀਂ ਟਵਿੱਟਰ ਦੇ ਉੱਤੋਂ ਆਪਣਾ ਔਲਾਦ ਸਾਰਾ ਕੁਝ। ਖੈਰ ਇਹ ਸਥਿਰਤਾ ਤਾਂ ਸਿਰਫ ਉੱਥੇ ਹੀ ਆ ਜਿੱਥੇ ਬੰਦੇ ਕੋਲ ਸੰਜਮ ਹੈ, ਅਧਿਆਤਮ ਆ, ਜਿੱਥੇ ਧਾਰਮਿਕਤਾ ਹੈ, ਤੇ ਉਹਦੇ ਤੋਂ ਆਪਾਂ ਦੂਰੀ ਬਣਾ ਕੇ ਰੱਖੀ ਹੈ। ਹਾਂ, ਇੱਕ ਸਵਾਲ ਬਹੁਤ ਵੱਡਾ ਹੈ ਕਿ ਕਿਉਂਕਿ ਗੱਲ ਹੋਮ ਮਿਨਿਸਟਰੀ ਦੀ ਸੀ, ਜਿੱਥੇ ਡੀਜੀਪੀ ਦਾ ਮਾਮਲਾ ਆਉਂਦਾ, ਪੁਲਿਸ ਪ੍ਰਮੁੱਖ ਦਾ, ਉੱਥੇ ਜਿਹਦੇ ਕੋਲ ਗ੍ਰਹਿ ਮੰਤਰਾਲਾ ਉਹਦਾ ਜ਼ਿਕਰ ਆਉਂਦਾ। ਜੇ ਇਸ ਮੀਟਿੰਗ ਦੇ ਵਿੱਚ ਗ੍ਰਹਿ ਮੰਤਰਾਲੇ ਨਾਲ ਸੰਬੰਧਿਤ ਕੁਝ ਸੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਹੋਣਾ ਜਾਇਜ਼ ਬਣਦਾ ਸੀ, ਵਾਜਬ ਸੀ, ਪਰ ਉਹ ਨਹੀਂ ਸੀਗੇ। ਮਨਪ੍ਰੀਤ ਬਾਦਲ ਕਾਫੀ ਪ੍ਰਭਾਵੀ ਰਹੇ ਪਿਛਲੇ ਦਿਨਾਂ 'ਚ, ਉਹ ਵੀ ਨਦਾਰਦ ਸੀਗੇ। ਇਹਦਾ ਮਤਲਬ ਕਿ ਜਿਹੜੀ ਇਹ ਮੀਟਿੰਗ ਸੀ ਇਹ 3 ਬੰਦਿਆਂ 'ਚ ਹੀ ਹੋਈ ਆ, ਮੁੱਢਲੇ ਤੌਰ ਤੇ ਇਹ 3 ਬੰਦਿਆਂ 'ਚ ਹੀ ਹੋਈ ਆ। ਗੈਰ ਰਸਮੀ ਤਾਂ ਸਾਰੇ ਬੈਠੇ ਹੋਣਗੇ, ਉਹਨਾਂ 'ਚ ਪ੍ਰਗਟ ਸਿੰਘ ਤੋਂ ਲੈ ਕੇ ਸਾਰੇ ਹੋਣਗੇ, ਲੇਕਿਨ ਜਦੋਂ ਕਿਧਰੇ ਸਿੱਟੇ ਤੇ ਪਹੁੰਚਿਆ ਉਦੋਂ ਡੈਫੀਨੇਟਲੀ ਇੱਕ ਹਰੀਸ਼ ਚੌਧਰੀ, ਮੁੱਖ ਮੰਤਰੀ ਸਾਹਿਬ ਔਰ ਸਿੱਧੂ, ਮੇਰੇ ਖਿਆਲ 3 ਹੀ ਬੈਠ ਕੇ ਕਿਸੇ ਗੱਲ ਤੇ ਪਹੁੰਚੇ ਹੋਣਗੇ। ਮੈਨੂੰ ਜਾਂਦੇ ਜਾਂਦੇ ਕੋਈ ਟਿੱਪਣੀ ਦੇ ਦਿਓ, ਦਿਲਚਸਪ ਮੋੜ ਤੇ ਆ ਰਾਜਨੀਤੀ, ਤੇ ਦਿਲਚਸਪ ਹੋਣੀ ਵੀ ਚਾਹੀਦੀ ਆ। ਖੈਰ ਸਰੋਤਾਂ ਨੂੰ ਨਾ ਕੁਝ ਕਿਹਾ ਕਰੋ ਯਾਰੋ, ਸਰੋਤ ਬੜੇ ਅਹਿਮ ਹੁੰਦੇ ਆ। ਆ ਮਜ਼ਾਕ ਮਜੂਕ ਚੰਗਾ ਜਿਹਾ ਨਹੀਂ ਲੱਗਦਾ। ਕਿਸੇ ਵੇਲੇ ਸਰੋਤ ਵੱਡਾ ਵੀ ਹੁੰਦਾ ਹੈ, ਬੁਰਾ ਵੀ ਮੰਨ ਜਾਂਦਾ ਹੈ। ਸਰੋਤ ਨੂੰ ਤੇ ਪਤਾ ਹੀ ਹੈ ਨਾ ਕਿ ਗੱਲ ਕਿੱਥੇ ਆਈ। ਜਦੋਂ ਤੁਸੀਂ ਟਿੱਪਣੀ ਕਰ ਦਿੰਦੇ ਹੋ ਅਗਲੀ ਵਾਰੀ ਉਹ ਤੋਂ ਗੱਲ ਕਢਾਉਣੀ ਔਖੀ ਹੋ ਜਾਂਦੀ ਹੈ। ਕੀ ਕਹਿੰਦੇ ਹੋ? ਮੈਂ ਇਹ ਗੱਲ ਕਹਿਣੀ ਭੁੱਲ ਗਿਆ ਸੀਗਾ, ਕੱਲ ਰਾਤੀ ਮੇਰੀ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਗੱਲ ਹੋਈ ਸੀਗੀ। ਜਦ ਪੂਰੇ ਸੂਬੇ ਦੇ ਵਿੱਚ ਇਹ ਲੱਗਦਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਅਸਤੀਫਾ ਦੇ ਕੇ ਗਲਤੀ ਕੀਤੀ ਹੈ ਔਰ ਇਹਨਾਂ ਮੁੱਦਿਆਂ ਦੇ ਰਾਹੀਂ ਉਹ ਕਿਸੇ ਨਾ ਕਿਸੇ ਜਗ੍ਹਾ ਮੁੱਖ ਮੰਤਰੀ ਸਾਹਿਬ ਦੀ ਡਿਗਨਿਟੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਸਿੱਧੂ ਉਹਨਾਂ ਦਾ ਇਸ ਬਾਰੇ 'ਚ ਬਿਲਕੁਲ ਵਿਪਰੀਤ ਸੀਗਾ। ਉਹ ਕਹਿੰਦੇ ਮੈਂ ਮੁੱਦਿਆਂ ਤੇ ਖੜਾ। ਉਹ ਕੋਈ ਮੁੱਖ ਮੰਤਰੀ ਦੇ ਖਿਲਾਫ ਨਹੀਂ ਸੀਗੇ, ਉਹ ਕੋਈ ਅੰਡਰਮਾਈਨ ਨਹੀਂ ਕਰਨਾ ਚਾਹੁੰਦੇ ਸੀਗੇ ਮੁੱਖ ਮੰਤਰੀ ਦੀ ਕੈਪੈਸਿਟੀ ਨੂੰ, ਉਸ ਸ਼ਖਸੀਅਤ ਨੂੰ, ਉਸ ਕੁਰਸੀ ਨੂੰ, ਉਸ ਜਿਹੜੇ ਅਹੁਦੇ ਨੂੰ। ਲੇਕਿਨ ਉਹ ਨਾਲ ਦੇ ਨਾਲ ਇਹ ਜ਼ਰੂਰ ਕਹਿ ਰਹੇ ਸੀਗੇ ਕਿ ਮੈਂ ਜਿਨ੍ਹਾਂ ਮੁੱਦਿਆਂ ਤੇ ਲੜਨਾ ਚਾਹੁੰਦਾ ਸੀਗਾ, ਜਿਹੜੀ 75-25 ਦੀ ਰਾਜਨੀਤੀ ਨੂੰ ਖਤਮ ਕਰਨਾ ਚਾਹੁੰਦਾ ਸੀ, ਜਿਹੜੇ ਨੈਕਸਸ ਨੂੰ ਉਹ ਖਤਮ ਕਰਨਾ ਚਾਹੁੰਦਾ ਸੀ, ਉਹਨਾਂ ਮੁੱਦਿਆਂ ਤੇ ਉਹ ਅੜਨਗੇ ਵੀ ਔਰ ਲੜਨਗੇ ਵੀ। ਇਹ ਗੱਲ ਕੱਲ ਰਾਤੀ ਜਦ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਹੋਈ, ਉਹਨਾਂ ਨੇ ਇਹ ਗੱਲ ਰਿਪੀਟ ਕੀਤੀ ਔਰ ਬੜੇ ਕੌਨਫੀਡੈਂਟ ਜਿਹੇ ਨਜ਼ਰ ਆਉਂਦੇ ਸੀ। ਉਹਨਾਂ ਦੀ ਗੱਲਾਂ ਦੇ ਵਿੱਚ ਕਿਸੇ ਵੀ ਜਗ੍ਹਾ ਇਹ ਨਹੀਂ ਲੱਗਦਾ ਸੀਗਾ ਕਿ ਵੀ ਹੁਣ ਮੇਰਾ ਕਿੱਦਾਂ ਕੀ ਬਣੂਗਾ। ਜੋ ਹੁਣ ਰਾਜਨੀਤਿਕ ਸਰਕਲ ਦੇ ਵਿੱਚ ਇੱਦਾਂ ਲੱਗਿਆ ਸੀ ਵੀ ਸਿੱਧੂ ਉਹਨਾਂ ਨੇ ਗਲਤੀ ਕਰਤੀ ਅਸਤੀਫਾ ਦੇ ਕੇ। ਮੈਨੂੰ ਇਹ ਲੱਗਿਆ ਕਿ ਸਿੱਧੂ ਉਹਨਾਂ ਬਿਲਕੁਲ ਕੌਨਫੀਡੈਂਟ ਸੀਗੇ ਔਰ ਉਹਨਾਂ ਦੇ ਵਿੱਚ ਪੂਰੀ ਕਲੈਰਿਟੀ ਸੀਗੀ ਉਹਨਾਂ ਨੇ ਕਿਹਨਾਂ ਮੁੱਦਿਆਂ ਦੇ ਉੱਤੇ ਕੀ ਸਟੈਂਡ ਲਿੱਤਾ ਹੈ। ਔਰ ਉਹਨਾਂ ਨੇ ਫਿਰ ਦੁਬਾਰਾ ਰਿਪੀਟ ਕੀਤਾ ਸੀਗਾ ਫੋਨ ਤੇ, ਮੈਂ ਇਹਨਾਂ ਮੁੱਦਿਆਂ ਤੇ ਹਮੇਸ਼ਾ ਖੜਾ ਰਹਾਂ। ਭਾਸਕਰ ਸਾਹਿਬ ਤੁਸੀਂ ਦਿਲਚਸਪ ਗੱਲ ਕੀਤੀ ਹੈ। ਦੇਰ ਸ਼ਾਮ ਨੂੰ, ਦੇਰ ਰਾਤ ਨੂੰ ਰਾਦਰ ਭਾਸਕਰ ਸਾਹਿਬ ਨੂੰ ਫੋਨ ਕਾਲ ਆਈ, ਕਿਉਂਕਿ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਮੈਸੇਜ ਛੱਡਿਆ ਜਾਂਦਾ ਸਿੱਧੂ ਉਹਨੂੰ ਜ਼ਰੂਰ ਸਨਮਾਨ ਦਿੰਦੇ ਆ। ਲੇਕਿਨ ਇੱਕ ਅਹਿਮ ਸਵਾਲ ਆ, ਤੁਸੀਂ ਨਵਜੋਤ ਸਿੰਘ ਸਿੱਧੂ ਦਾ ਧਰਮ ਕੀ ਹੈ, ਉਹਨਾਂ ਦੀ ਆਸਥਾ ਕੀ ਹੈ, ਉਹਨਾਂ ਦਾ ਸੁਭਾਅ ਕੀ ਹੈ, ਕਿਸੇ ਵੀ ਵਿਅਕਤੀ ਦਾ ਜਿਹੜਾ ਸਿਆਸਤ ਵਿੱਚ ਉਹਦਾ ਨਿੱਜ ਕੀ ਹੈ, ਜੇ ਉਹ ਤੱਕ ਨਾ ਜਾਈਏ ਤੇ ਜੇ ਕੋਈ ਸਮਾਜਿਕ ਸਰੋਕਾਰਾਂ ਦੇ ਨਜ਼ਰੀਏ ਤੋਂ ਖਲੋਤਾ ਨਜ਼ਰ ਆ ਰਿਹਾ
ਜਿਹਦਾ ਕੰਸਰਨ ਸਿੱਧਾ ਸਿੱਧਾ ਆਮ ਬੰਦੇ ਨਾਲ ਆ, ਜਾਂ ਉਸ ਪਾਰਟੀ ਜਾਂ ਉਸ ਬੰਦੇ ਦੇ ਅਸੂਲਾਂ ਸਿਧਾਂਤਾਂ ਨਾਲ ਜੋ ਕਹਿੰਦਾ ਰਿਹਾ, ਉਹਦੀ ਗੱਲ ਕਰਨੀ, ਉਹਦੀ ਸਪੋਰਟ ਕਰਨੀ, ਉਹਦੇ ਨਾਲ ਖੜੇ ਦਿਸਣਾ, ਇਹ ਹਰੇਕ ਉਸ ਬੰਦੇ ਦਾ ਫਰਜ਼ ਹੈ ਜਿਹੜਾ ਚਾਹੁੰਦਾ ਕਿ ਸਿਆਸਤ ਸਾਫ਼ ਸੁਥਰੀ ਹੋਵੇ, ਸੱਚੀ ਹੋਵੇ। ਝੂਠ ਤੇ ਖੜੇ ਮਹਿਲ ਬਹੁਤੀ ਦੇਰ ਨਹੀਂ ਟਿਕਦੇ। ਨਵਜੋਤ ਸਿੰਘ ਸਿੱਧੂ ਦਾ ਇਸ ਵਾਰੀ ਦਾ ਸਟੈਂਡ ਬਿਲਕੁਲ ਜਾਇਜ਼ ਸੀ, ਤੁਸੀਂ ਕਿਵੇਂ ਵੀ ਗਲਤ ਨਹੀਂ ਕਹਿ ਸਕਦੇ। ਅਸੀਂ ਉਹਨਾਂ ਦੇ ਹੋਰ ਸਾਰੇ ਬਹਾਨਿਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਮੌਜੂਦਾ ਸਟੈਂਡ ਤੋਂ ਥਿੜਕ ਨਹੀਂ ਸਕਦੇ। ਸੋ ਸਾਨੂੰ ਸਾਰਿਆਂ ਨੂੰ ਇਸ ਤਰੀਕੇ ਨਾਲ ਚੱਲਣ ਦੀ ਲੋੜ ਆ ਕਿ ਜਿੱਥੇ ਗਲਤ ਹੋ ਰਿਹਾ ਉਹਨੂੰ ਗਲਤ ਕਹਿਣ ਦਾ ਮਾਦਾ ਰੱਖੀਏ, ਜਿੱਥੇ ਠੀਕ ਹੋ ਰਿਹਾ ਉਹਨੂੰ ਐਪਰੀਸ਼ੀਏਟ ਕਰੀਏ। ਇਸੇ ਤਰੀਕੇ ਨਾਲ ਸਿਆਸਤ, ਜਿਹਨੂੰ ਅਸੀਂ ਗੰਦਲੀ ਕਹਿੰਦੇ ਆ, ਜਿਹਨੂੰ ਅਸੀਂ ਬਹੁਤ ਅਜੀਬ ਕਿਸਮ ਦੇ ਵਰਤਾਰੇ ਮੰਨਦੇ, ਉਹਨਾਂ ਨੂੰ ਦਰੁਸਤ ਕੀਤਾ ਜਾ ਸਕਦਾ ਜਦੋਂ ਇਸ ਤਰ੍ਹਾਂ ਦੀ ਐਪਰੀਸੀਏਸ਼ਨ ਹੁੰਦੀ ਆ। ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਰਾਹਾਂ ਤੇ ਚੱਲਣ ਦਾ ਜਿਹੜਾ ਉਹ ਬਲ ਮਿਲਦਾ, ਹੌਸਲਾ ਮਿਲਦਾ ਕਿ ਠੀਕ ਪਾਸੇ ਵੀ ਲੋਕ ਐਪਰੀਸ਼ੀਏਟ ਕਰਦੇ ਆ। ਭਾਸਕਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।